ਅੱਜ 14 ਪੋ ਨਾਨਕ ਸ਼ਾਹੀ ਸੰਮਤ 557 27 ਦਸੰਬਰ 2025 ਤੁਸੀਂ ਦੇਖਣਾ ਆਰੰਭ ਕਰ ਚੁੱਕੇ ਹੋ YouTube ਚੈਨਲ ਅਤਿੰਦਰਪਾਲ ਸਿੰਘ। ਅਤਿੰਦਰਪਾਲ ਸਿੰਘ YouTube ਚੈਨਲ ਤੋਂ ਦਾਸ ਆਪ ਸਭ ਦਾ ਸਵਾਗਤ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ 26 ਦਸੰਬਰ ਨੂੰ ਦੇਸ਼ ਨੇ ਸਿੱਖ ਇਤਿਹਾਸ ਨੂੰ ਤੋੜਦੇ ਮਰੋੜਦੇ ਮੰਦੋਲਦੇ ਹੋਏ ਵੀਰ ਬਾਲ ਦਿਵਸ ਮਨਾਇਆ। ਪਰ ਸ਼ਰਮਨਾਕ ਗੱਲ ਇਹ ਹੋਈ ਕਿ ਯੋਗੀ ਆਦਿੱਤਿਆਨਾਥ ਦੇ ਘਰੇ ਵੀ ਉੱਤਰ ਪ੍ਰਦੇਸ਼ ਦੀਆਂ ਮੰਨੀਆਂ ਪਰਮੰਨੀਆਂ ਸਿੱਖ ਸ਼ਖਸੀਅਤਾਂ ਚੁੱਪਚਾਪ ਪਹੁੰਚ ਗਈਆਂ। ਕਿਸੇ ਨੇ ਵੀ ਵਿਰੋਧ ਕਰਨ ਦੀ ਜਾਂ ਮੈਮੋਰੰਡਮ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਠੀਕ ਉਵੇਂ ਹੀ ਜਿਵੇਂ ਸਰਦਾਰ ਮਨਜਿੰਦਰ ਸਿੰਘ ਸਰਸਾ ਵਰਗੇ ਹੋਰ ਸਿੱਖ ਆਗੂਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰ ਬਾਲ ਦਿਵਸ ਮਨਾ ਲਿਆ। ਹੁਣ ਵੀਰ ਬਾਲ ਦਿਵਸ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਖਾਲਸਾ ਪੰਥ ਦਾ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਹੈ, ਇਸ ਦੀ ਅਤੇ ਭਾਰਤ ਦੀ ਆਪਸ ਵਿੱਚ ਕੀ ਸੁਮੇਲਤਾ ਹੈ, ਇਸ ਨੂੰ ਤੋੜ ਮਰੋੜ ਕੇ ਹਰ ਹੀਲੇ ਗੁਰੂ ਸਾਹਿਬਾਨਾਂ ਅਤੇ ਗੁਰੂ ਸਾਹਿਬਾਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ, ਗੁਰੂ ਸਾਹਿਬਾਨ ਦੇ ਸਿਧਾਂਤ ਸੰਕਲਪ ਅਤੇ ਸਿੱਖੀ ਦੀ ਸ਼ਹਾਦਤ ਦੇ ਸੰਕਲਪ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਆ ਸਾਕਾ ਸਿੱਖਾਂ ਦੀ ਮੂਲ ਭਾਸ਼ਾ ਦਾ ਪਾਰਿਭਾਸ਼ਿਕ ਅਰਥਾਵਲੀ ਵਾਲਾ ਮਹਾਨ ਸ਼ਬਦ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਬਦਲ ਦੇਣ ਲਈ ਅਤੇ ਹਿੰਦੂਤਵ ਵਿੱਚ ਜਜ਼ਬ ਕਰ ਲੈਣ ਲਈ ਆ ਵੀਰ ਬਾਲ ਦਿਵਸ ਦਾ ਸਰੂਪ ਦਿੱਤਾ ਗਿਆ ਹੈ। ਮੇਰੇ ਇੱਕ ਮਿੱਤਰ ਨੇ, ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਨੇ ਕਿਹਾ ਕਿ 4 ਸਾਲ ਪਹਿਲਾਂ ਜਦੋਂ ਰੱਖਿਆ ਗਿਆ ਉਦੋਂ ਸਿੱਖਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਜਾਂ ਜਾ ਕੇ ਬੈਠੇ ਕਿਉਂ ਨਹੀਂ ਇਸ ਸਰਕਾਰ ਨਾਲ, ਜਾਂ ਉਦੋਂ ਸਰਕਾਰ ਨੂੰ ਇਹਨਾਂ ਨੇ ਕਿਉਂ ਨਹੀਂ ਦੱਸਿਆ। ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। SGPC ਨੇ ਵੀ ਆਪਣੇ ਵਫਦ ਭੇਜੇ ਸਨ, ਹੋਰ ਵੀ ਸਿੱਖ ਵਫਦ ਮਿਲੇ ਸਨ। ਮੈਂ ਵੀ ਸਰਕਾਰ ਨੂੰ ਚਿੱਠੀ ਪਾਈ ਸੀ ਅਤੇ ਇਸ ਸੰਬੰਧੀ ਹੋਰਾਂ ਅਨੇਕਾਂ ਨੇ ਕਿਹਾ ਸੀ, ਪਰ ਸਰਕਾਰ ਵਜਦ ਹੈ ਕਿ ਉਹ ਸਿੱਖ ਇਤਿਹਾਸ ਨੂੰ ਹਿੰਦੂਤਵ ਵਿੱਚ ਵਿਲੀਨ ਕਰ ਦੇਣਾ ਚਾਹੁੰਦੀ ਹੈ, ਤਾਂ ਜੋ ਸਿੱਖਾਂ ਦੇ ਮੂਲ ਸਰੋਤ, ਸਿੱਖਾਂ ਦੀ ਮੂਲ ਆਵਾਜ਼, ਸਿੱਖਾਂ ਦੀ ਅਡਰੀ ਵਿਲੱਖਣ ਸੁਤੰਤਰ ਸਾਕਿਆਂ ਦੀ ਅਤੇ ਸਾਕਿਆਂ ਰਾਹੀਂ ਦਿੱਤੀ ਅਤੇ ਹੋ ਰਹੀ ਅਡਰੀ ਪਰਿਭਾਸ਼ਾ ਨੂੰ ਖਤਮ ਕੀਤਾ ਜਾ ਸਕੇ। ਇਹ ਮੁੱਖ ਨਿਸ਼ਾਨਾ ਇਸ ਵੇਲੇ ਪਿਛਲੇ 12 ਸਾਲਾਂ ਤੋਂ ਲਗਾਤਾਰਤਾ ਹੀ ਚੱਲਦਾ ਚਲਾ ਆ ਰਿਹਾ ਹੈ। ਹੋਇਆ ਕੀ ਹੈ, ਇਸ ਨੂੰ ਦੇਖਣਾ ਵਾਚਣਾ ਬਹੁਤ ਜ਼ਰੂਰੀ ਹੈ। ਮੈਂ ਕੱਲ ਵੀ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਲੱਖਾਂ ਕਰੋੜਾਂ ਸਿੱਖਾਂ ਨੂੰ ਇਸ ਨਿਮਿਤ ਘੱਟੋ ਘੱਟ ਇੱਕ ਦਿਨ ਦਾ ਵਿਰੋਧ ਤਾਂ ਜ਼ਾਹਰ ਕਰਨਾ ਹੀ ਚਾਹੀਦਾ ਸੀ ਅਤੇ ਵਿਰੋਧ ਵਿੱਚ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਜਾਣਾ ਚਾਹੀਦਾ ਸੀ ਕਿ ਸਰਕਾਰ ਦੇ ਵੀਰ ਬਾਲ ਦਿਵਸ ਵਿੱਚ ਕੋਈ ਵੀ ਸਿੱਖ ਅਤੇ ਖਾਸ ਤੌਰ ਤੇ ਕੋਈ ਵੀ ਅੰਮ੍ਰਿਤਧਾਰੀ ਸਿੱਖ ਅਗਰ ਸ਼ਾਮਲ ਹੋਏਗਾ ਤੇ ਉਹਨੂੰ ਤਨਖਾਹੀਆ ਘੋਸ਼ਿਤ ਕੀਤਾ ਜਾਏਗਾ ਜਾਂ ਉਹ ਤਨਖਾਹੀਆ ਹੋ ਜਾਏਗਾ। ਸਾਨੂੰ ਸਟੈਂਡ ਲੈਣੇ ਆਉਣੇ ਚਾਹੀਦੇ ਹਨ। ਕਾਰਨ ਕੀ ਹੈ, ਆਓ ਕਾਰਨ ਥੋੜੇ ਜਿਹੇ ਸਪਸ਼ਟ ਕਰ ਲਈਏ। ਮੈਂ ਲੰਬੀ ਚੌੜੀ ਗੱਲ ਨਹੀਂ ਕਰਾਂਗਾ, ਸਿਰਫ ਅਗਲੇ 7 ਮਿੰਟਾਂ ਵਿੱਚ ਮੈਂ ਆਪਣੀ ਵੀਡੀਓ ਦੀ ਸਮਾਪਤੀ ਕਰ ਦਾਂਗਾ। ਇਹ 7 ਮਿੰਟ ਗੰਭੀਰਤਾ ਨਾਲ ਸੁਣ ਲਿਆ ਜੇ ਅਤੇ ਨਾਲੋਂ ਨਾਲ ਹੀ ਇਸ ਵੀਡੀਓ ਨੂੰ ਹੋਰ ਆਪਣੇ ਯਾਰਾਂ ਦੋਸਤਾਂ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਆ ਜੇ, ਤਾਂ ਜੋ ਹਰ ਇੱਕ ਸਿੱਖ ਇਸ ਬਿਨਾਂ ਤੇ ਇੱਕ ਮੁੱਠਤਾ ਸਥਾਪਿਤ ਕਰ ਸਕੇ, ਆਪਣੀ ਮਾਨਸਿਕ ਏਕਤਾ ਸਥਾਪਿਤ ਕਰ ਸਕੇ। ਮੇਰੇ ਕੋਲ ਅਖਬਾਰ ਦੀ ਕਟਿੰਗ ਹੈ, ਪਰ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਜੋ ਕਿਹਾ ਉਹ ਸੁਣਾਉਣਾ ਚਾਹੂੰਗਾ। ਸੁਣੋ।
आज देश वीर बाल दिवस मना रहा। वो वीर साहबजादे जिन्होंने उम्र और अवस्था की सीमाओं को तोड़ दिया, जो क्रूर मुगल सल्तनत के सामने ऐसे चट्टान की तरह खड़े हुए कि मजहबी कट्टरता और आतंक का वजूद ही हिला गया। जिस राष्ट्र के पास ऐसा गौरवशाली अतीत हो, जिसकी युवा पीढ़ी को ऐसी प्रेरणाएं विरासत में मिली हो, वो राष्ट्र क्या कुछ नहीं कर सकता। साथियों, जब भी 26 दिसंबर का ये दिन आता है तो मुझे ये तसल्ली होती है कि हमारी सरकार ने साहिबजादों की वीरता से प्रेरित वीर बाल दिवस मनाना शुरू किया। बीते 4 वर्षों में वीर बाल दिवस की नई परंपरा ने साहिबजादों की प्रेरणाओं को नई पीढ़ी तक पहुंचाया है। वीर बाल दिवस ने साहसी और प्रतिभावान युवाओं के निर्माण के लिए एक मंच भी तैयार किया है। हर साल जो बच्चे अलग अलग क्षेत्रों में देश के लिए कुछ कर दिखाते हैं, उन्हें प्रधानमंत्री राष्ट्रीय बाल पुरस्कार से सम्मानित किया जाता है। वो लड़ाई सत्य बनाम असत्य की थी। उस लड़ाई के एक और दशम गुरु श्री गुरु गोविंद सिंह जी थे। दूसरी ओर क्रूर औरंगजेब की हुकूमत थी। हमारे साहिबजादे उस समय उम्र में छोटे ही थे, लेकिन औरंगजेब को, उसकी क्रूरता को इससे कोई फर्क नहीं पड़ता। वो जानता था उसे अगर भारत के लोगों को डराकर उनका धर्मांतरण कराना है तो इसके लिए उसे हिंदुस्तानियों का मनोबल तोड़ना होगा। ਪ੍ਰਧਾਨ ਜੀ ਨੂੰ ਤੁਸੀਂ ਸੁਣ ਲਿਆ, ਜਿਵੇਂ ਕੋਟ ਕੀਤਾ ਗਿਆ ਉਹ ਲਫ਼ਜ਼ ਹਨ ਜਿਹੜੇ ਪ੍ਰਧਾਨ ਮੰਤਰੀ ਬੋਲੇ ਹਨ, ਉਸ ਤੇ ਵੀ ਚਰਚਾ ਕਰਾਂਗੇ। ਨਿੱਕੀਆਂ ਉਮਰਾਂ ਦੇ ਬਾਵਜੂਦ ਉਸ ਸਮੇਂ ਦੀ ਜ਼ਾਲਮ ਹਕੂਮਤ ਦੇ ਖਿਲਾਫ ਚਟਾਨ ਵਾਂਗ ਡਟੇ ਰਹੇ ਅਤੇ ਫਿਰ ਆਪਣੀਆਂ ਸ਼ਹਾਦਤਾਂ ਦੇ ਕੇ ਧਾਰਮਿਕ ਕੱਟੜਤਾ ਅਤੇ ਅੱਤਵਾਦ ਦਾ ਵਜੂਦ ਹਿਲਾ ਕੇ ਰੱਖ ਦਿੱਤਾ। ਅੱਤਵਾਦ ਦਾ ਵਜੂਦ ਹਿਲਾ ਕੇ ਰੱਖ ਦਿੱਤਾ। ਇਹ ਦੋ ਸ਼ਬਦ ਅਹਿਮੀਅਤ ਰੱਖਦੇ ਹਨ ਸਾਡੇ ਲਈ। ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਅੱਗੇ ਕਿਹਾ ਕਿ ਉਸ ਸਮੇਂ ਲੜਾਈ ਦੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਨ ਅਤੇ ਦੂਜੇ ਪਾਸੇ ਔਰੰਗਜ਼ੇਬ ਦੀ ਜ਼ਾਲਮ ਹਕੂਮਤ ਸੀ। ਇਹ ਲੜਾਈ ਭਾਰਤ ਦੇ ਮੂਲ ਆਦਰਸ਼ਾਂ ਅਤੇ ਧਾਰਮਿਕ ਕੱਟੜਤਾ ਦੇ ਵਿਚਕਾਰ ਸੀ। ਸਾਹਿਬਜ਼ਾਦਿਆਂ ਨੂੰ ਭਾਰਤ ਦਾ ਮਾਣ ਕਰਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਸਾਹਿਬਜ਼ਾਦੇ ਇੱਕ ਵਿਲੱਖਣ ਸ਼ਹਾਦਤ ਦੀ ਮਿਸਾਲ ਹਨ, ਕਿਉਂਕਿ ਨਿੱਕੀ ਉਮਰ ਵਿੱਚ ਹੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹਨਾਂ ਨੇ ਅੱਗੇ ਇਹ ਜ਼ਿਕਰ ਕੀਤੇ। ਮੈਂ ਹੁਣ ਮੂਲ ਜਿਹੜੇ ਸਿਧਾਂਤ ਨੇ, ਜਿਹੜੇ ਸੰਕਲਪ ਨੇ, ਉਹ ਤੁਹਾਡੀ ਨਜ਼ਰ ਵਿੱਚ ਪੇਸ਼ ਕਰਨਾ ਚਾਹੁੰਦਾ। ਪਹਿਲੀ ਚੀਜ਼, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਪਾਸੇ ਸਨ ਤੇ ਦੂਜੇ ਪਾਸੇ ਔਰੰਗਜ਼ੇਬ ਦੀ ਜ਼ਾਲਮ ਹਕੂਮਤ ਸੀ। ਬਹੁਤ ਗਲਤ ਬਿਆਨੀ ਹੈ।
ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਅਤੇ ਸਿੱਖਾਂ ਨੂੰ ਤੇ ਸਿੱਖ ਗੁਰੂਆਂ ਨੂੰ ਸਿਰਫ ਤੇ ਸਿਰਫ ਇਸਲਾਮ ਵਿਰੁੱਧ ਖੜਾ ਕਰਕੇ ਹਿੰਦੂਤਵਾ ਆਪਣੇ ਨਿਸ਼ਾਨੇ ਫੁੰਡਣਾ ਚਾਹੁੰਦੀ ਹੈ, ਜਿਸ ਦਾ ਸਿੱਖ ਇਤਿਹਾਸਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਕਥਾਵਾਚਕਾਂ ਨੂੰ ਡਟ ਕੇ ਵਿੱਚੋਂ ਵਿਰੋਧ ਕਰਨਾ ਚਾਹੀਦਾ। ਔਰੰਗਜ਼ੇਬ ਤਾਂ ਉਸ ਵੇਲੇ ਦੱਖਣ ਹੀ ਸੀ। ਔਰੰਗਜ਼ੇਬ ਨੇ ਕੋਈ ਹੁਕਮ ਨਹੀਂ ਸੀ ਦਿੱਤਾ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ, ਜਿਹੜੇ ਆਪਣੇ ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਵਤਨ ਆਨੰਦਪੁਰ ਦੀ ਰੱਖਿਆ ਲਈ ਡਟੇ ਹੋਏ ਸਨ। ਇਹ ਕਈ ਮਹੀਨੇ ਦਾ ਘੇਰਾ ਸੀ, ਇੱਕ ਅੱਧ ਮਹੀਨੇ ਦਾ ਨਹੀਂ ਸੀ। ਇਹਨੂੰ ਯਾਦ ਰੱਖਿਆ ਜੇ, ਕਈ ਮਹੀਨਿਆਂ ਦਾ ਘੇਰਾ ਸੀ। ਅਤੇ ਇਹ ਘੇਰਾ ਕਿਹਨੇ ਪਾਇਆ ਸੀ? 22 ਧਾਰ ਦੇ 22 ਹਿੰਦੂਤਵੀ ਬ੍ਰਾਹਮਣ ਰਾਜਿਆਂ ਨੇ। ਉਹ ਸਾਰੇ ਬ੍ਰਾਹਮਣ ਰਾਜੇ ਸੀ। 22 ਧਾਰ ਦੇ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਕੱਤਿਆ ਹੋਇਆ ਸੀ, ਔਰ ਇਹ ਘੇਰਾ ਕਈ ਮਹੀਨੇ ਤੱਕ ਕੱਤਿਆ ਰੱਖਿਆ। 22 ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਹਰਾ ਨਹੀਂ ਸਕੇ। ਜਿਸ ਵੇਲੇ ਨਹੀਂ ਹਰਾ ਸਕੇ ਤਾਂ ਇਸ ਦਾ ਮਤਲਬ ਕੀ ਹੈ? ਪ੍ਰਧਾਨ ਮੰਤਰੀ ਜੀ ਨੂੰ ਕੋਈ ਦੱਸਣ ਵਾਲਾ ਚਾਹੀਦਾ, ਭਾਜਪਾ ਨੂੰ ਕੋਈ ਦੱਸਣ ਵਾਲਾ ਚਾਹੀਦਾ। ਐਵੇਂ ਸਾਡੇ ਸਿੱਖ ਵਿਦਵਾਨ ਜਿਹੜੀ ਲੱਛੇਦਾਰ ਭਾਸ਼ਾ ਬੋਲ ਦਿੱਤੀ ਜਾਂਦੀ ਹੈ, ਉਹਦੀ ਉਸਤਤ ਕਰੀ ਜਾਂਦੇ ਨੇ, ਉਸਤਤ ਕਰੀ ਜਾਂਦੇ ਨੇ। ਤੇ ਮੈਨੂੰ ਮੇਰੇ ਇੱਕ ਮਿੱਤਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਮਿਤ ਸ਼ਾਹ ਦਾ ਭਾਸ਼ਣ ਸੁਣੀ ਜਿਹੜਾ ਉਹਨੇ ਹਰਿਆਣੇ 'ਚ ਦਿੱਤਾ, ਮਤਲਬ ਉਹਨਾਂ ਦੇ ਖਾਨੇ ਵਿੱਚ ਸਿੱਖ ਇਤਿਹਾਸ ਦੀਆਂ ਸਾਰੀਆਂ ਜਾਣਕਾਰੀਆਂ ਪਈਆਂ ਨੇ। ਉਹ ਇੰਨੇ ਹੀ 'ਚ ਹੀ ਖੁਸ਼ ਨੇ। ਉਹ ਇਹ ਨਹੀਂ ਸਮਝਦੇ ਕਿ ਉਹ ਸਾਰੀਆਂ ਜਾਣਕਾਰੀਆਂ ਵਿਪਰਵਾਦ ਦੇ ਵਿੱਚ ਸਨਾਤਨੀ ਬਣਾਈਆਂ ਜਾ ਰਹੀਆਂ ਨੇ ਤੇ ਸਿੱਖਾਂ ਨੂੰ ਸਨਾਤਨੀ ਬਣਾ ਕੇ ਇਸਲਾਮ ਦੇ ਅੰਗੇਸਟ ਖੜਾ ਕੀਤਾ ਜਾ ਰਿਹਾ ਹੈ, ਜ਼ਾਲਮ ਬਣਾਇਆ ਜਾ ਰਿਹਾ ਹੈ ਅਤੇ ਹਰ ਹਾਲ ਵਿੱਚ ਸਿੱਖ ਦ੍ਰਿਸ਼ਟੀਕੋਣ ਤੋੜਿਆ ਜਾ ਰਿਹਾ। ਪਤਾ ਨਹੀਂ ਸਾਡੇ ਵਿਦਵਾਨਾਂ ਨੂੰ ਹੋਰ ਸਾਡੇ ਆਗੂਆਂ ਨੂੰ ਕੀ ਹੋ ਗਿਆ। ਆਓ ਸਮਝ ਲਈਏ। ਪ੍ਰਧਾਨ ਮੰਤਰੀ ਜੀ ਨੇ ਕਹਿਤਾ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਹੈ, ਦੂਜੇ ਪਾਸੇ ਜ਼ਾਲਮ ਔਰੰਗਜ਼ੇਬ ਦੀ ਹਕੂਮਤ ਹੈ। ਨਹੀਂ ਜੀ ਪ੍ਰਧਾਨ ਮੰਤਰੀ ਜੀ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਖਾਲਸਾ ਪੰਥ ਆਪਣੇ ਵਤਨ ਲਈ ਡਟੇ ਹੋਏ ਨੇ ਤੇ ਦੂਜੇ ਪਾਸੇ ਬ੍ਰਾਹਮਣ 22 ਧਾਰ ਦੇ ਹਿੰਦੂ ਰਾਜੇ ਨੇ, ਹਿੰਦੂ ਰਜਵਾੜੇ ਨੇ। ਹਿੰਦੂ ਰਾਜੇ ਤੇ ਹਿੰਦੂ ਰਜਵਾੜਿਆਂ ਨੇ ਵਤਨ ਆਨੰਦਪੁਰ ਸਾਹਿਬ ਖਾਲਸੇ ਦੇ ਨੂੰ ਸਵੀਕਾਰ ਨਹੀਂ ਕੀਤਾ ਅਤੇ ਅਸਵੀਕਾਰ ਕਰਦੇ ਹੋਏ ਉਹਨਾਂ ਬ੍ਰਾਹਮਣ ਹਿੰਦੂ ਰਾਜਿਆਂ ਨੇ ਖਾਲਸਾ ਪੰਥ ਦੀ ਹੋਂਦ ਨੂੰ ਵੀ ਅਸਵੀਕਾਰ ਕੀਤਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਅਟੈਕ ਇਸੇ ਲਈ ਕੀਤੇ ਕਿ ਤੁਸੀਂ ਨੀਚਾਂ ਨੂੰ, ਅਛੂਤਾਂ ਨੂੰ ਬਰਾਬਰਤਾ ਦਾ ਦਰਜਾ ਦੇ ਕੇ ਇੱਕੋ ਖੰਡੇ ਬਾਟੇ ਦੀ ਪੋਲ ਕਿਵੇਂ ਚੁਕਾ ਦਿੱਤੀ ਤੇ ਸਰਦਾਰੀਆਂ ਕਿਉਂ ਦੇ ਦਿੱਤੀਆਂ। ਉਹਨਾਂ ਦਾ ਇਹ ਵੀ ਰਜੂਆਂ ਵਿਰੋਧ ਸੀ। ਅੱਜ ਜਿਹੜੇ SC BC ਗਾਂਧੀਵਾਦੀ ਅੰਬੇਡਕਰਵਾਦੀ ਬਣੇ ਫਿਰਦੇ ਨੇ, ਅਸਲ ਵਿੱਚ ਬਚਾਇਆ ਤਾਂ ਇਹਨਾਂ ਨੂੰ ਖਾਲਸਾ ਪੰਥ ਨਹੀਂ, ਔਰ ਅੱਜ ਤੱਕ ਬਚਾ ਰਿਹਾ। ਪਰ ਇਹ ਦੂਸ਼ਿਤ ਦਿਮਾਗ ਨੂੰ ਕਰ ਦੇਣ ਵਾਲੀਆਂ ਅਜਿਹੀਆਂ ਹੀ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਰਕਾਰ ਰਾਹੀਂ ਕੀਤੀਆਂ ਜਾਂਦੀਆਂ ਨੇ। ਤੇ ਜਿਸ ਵੇਲੇ ਕੌਮਾਂ ਇਸ ਪ੍ਰਤੀ ਸਟੈਂਡ ਨਾ ਲੈ ਸਕਣ, ਉਹ ਮੰਨਿਆ ਜਾਣਾ ਚਾਹੀਦਾ ਕਿ ਉਹ ਕੌਮ ਢਾਂਦੀ ਕਲਾ ਵਿੱਚ ਅਤੇ ਕਸਿਆਰੀ ਬਣਾ ਦਿੱਤੀ ਗਈ ਹੈ। ਅੱਜ ਦੀ ਪੋਜੀਸ਼ਨ ਵੀ ਪ੍ਰਧਾਨ ਮੰਤਰੀ ਤੇ ਯੋਗੀ ਦੇ ਘਰੇ ਇਹੀ ਦਿਖੀ ਸਿੱਖਾਂ ਦੀ। ਕਿਉਂ? 22 ਧਾਰ ਦੇ ਹਿੰਦੂ ਰਾਜਿਆਂ ਨੇ ਖੰਡੇ ਬਾਟੇ ਦੀ ਪੌਲ ਦੇ ਖਿਲਾਫ ਅਤੇ ਆਨੰਦਪੁਰ ਸਾਹਿਬ ਨੂੰ ਵਤਨ ਆਨੰਦਪੁਰ ਘੋਸ਼ਿਤ ਕੀਤੇ ਜਾਣ ਦੇ ਵਿਰੋਧ ਵਿੱਚ ਕਿ ਸਿੱਖਾਂ ਨੇ ਆਪਣਾ ਵਤਨ ਬਣਾ ਲਿਆ। ਵਤਨ ਮਤਲਬ ਆਪਣੀ ਸਰਕਾਰ, ਹਕੂਮਤ ਬਣਾ ਲਈ, ਸੈਪਰੇਟ ਹੋ ਗਏ। ਇਸ ਲਈ 22 ਧਾਰ ਦੇ ਹਿੰਦੂ ਰਾਜਿਆਂ ਨੇ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖੰਡੇ ਬਾਟੇ ਦੀ ਪੌਲ ਦਾ ਸੰਕਲਪ ਤੇ ਸਿਧਾਂਤ ਅਤੇ ਖਾਲਸਾ ਪੰਥ ਸੀ, ਦੂਜੇ ਪਾਸੇ 22 ਧਾਰ ਦੇ ਬ੍ਰਾਹਮਣ ਹਿੰਦੂ ਰਾਜੇ ਸਨ। ਜਿਸ ਵੇਲੇ ਬ੍ਰਾਹਮਣ ਹਿੰਦੂ ਰਾਜਿਆਂ ਨੂੰ ਅਤੇ ਉਹਨਾਂ ਦੀ ਕੱਟੜਤਾ, ਉਹਨਾਂ ਦਾ ਮਨੂਵਾਦੀ ਸਿਧਾਂਤ ਖਾਲਸਾ ਪੰਥ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਨਹੀਂ ਹਰਾ ਸਕਿਆ
ਤਾਂ ਉਹਨਾਂ ਨੇ ਔਰੰਗਜ਼ੇਬ ਨੂੰ ਜਾ ਕੇ ਫਰਿਆਦ ਕੀਤੀ ਕਿ ਤੁਸੀਂ ਸਾਨੂੰ ਪਹਾੜੇ ਤੇ ਆਪਣੇ ਫੌਜਦਾਰ ਵਜ਼ੀਰ ਖਾਨ ਨੂੰ, ਮੈਂ ਬਾਰ-ਬਾਰ ਕਹਿ ਰਿਹਾ, ਅਤੇ ਜਿਹੜੇ ਲੋਕ ਸੈਂਸੇਸ਼ਨ ਪੈਦਾ ਕਰਕੇ ਵੀਡੀਓ ਬਣਾਉਂਦੇ ਨੇ ਉਹ ਤੁਸੀਂ ਬੜੀ ਛੇਤੀ ਦੇਖਦੇ ਹੋ, ਲੱਖਾਂ ਦੀ ਤਾਦਾਦ ਵਿੱਚ ਦੇਖਦੇ ਹੋ, ਤੇ ਮੇਰੇ ਵਰਗਾ ਬੰਦਾ ਜਿਹੜਾ ਸਧਾਰਨ ਇਤਿਹਾਸ ਨੂੰ ਸਪਸ਼ਟ ਕਰ ਦਿੰਦਾ ਉਹ ਤੁਹਾਨੂੰ ਪਸੰਦ ਹੀ ਨਹੀਂ ਆਉਂਦਾ। ਬਿਨਾਂ ਸੈਂਸੇਸ਼ਨ ਤੋਂ ਪਤਾ ਨਹੀਂ ਸਾਡੇ ਦਰਸ਼ਕਾਂ ਨੂੰ ਹੀ ਕੀ ਹੋ ਗਿਆ। ਸ਼ੁਰੂ ਤੋਂ ਕਹਿ ਰਿਹਾ ਕਿ ਵਜ਼ੀਰ ਖਾਨ ਫੌਜਦਾਰ ਸੀ, ਕੋਈ ਸਰਹੰਦ ਸੂਬਾ ਨਹੀਂ ਸੀ। ਸਰਹੰਦ ਸੂਬਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਇਹ ਕਹਿਣ ਦੀ ਹੋਰ ਕਿਸੇ ਚੈਨਲ ਵਾਲੇ ਦੀ ਜ਼ਰੂਰਤ ਨਹੀਂ ਹੈ। ਕਹਿ ਦਿੰਦੇ ਨੇ ਕਿ ਜੀ ਉਹ ਵਜ਼ੀਰ ਖਾਨ ਸੀ, ਫੌਜਦਾਰ ਸੀ, ਪਰ ਫੌਜਦਾਰ ਨੂੰ ਵਜ਼ੀਰ ਖਾਨ ਔਰ ਜਿਸ ਦਾ ਦੀਵਾਨ ਸੁੱਚਾਨੰਦ ਸੀ, ਇਹ ਬ੍ਰਾਹਮਣ ਰਾਜਿਆਂ ਨੇ 22 ਤਾਰ ਦੇ ਹਿੰਦੂ ਰਾਜਿਆਂ ਨੇ ਬ੍ਰਾਹਮਣ ਸੁੱਚਾਨੰਦ ਦੀਵਾਨ ਤੱਕ ਅਪਰੋਚ ਕਰਕੇ ਵਜ਼ੀਰ ਖਾਨ ਨੂੰ ਕਿਹਾ ਕਿ ਅਸੀਂ ਤੈਨੂੰ ਸਾਰਾ ਮੁਆਵਜ਼ਾ ਦਾਂਗੇ, ਤੇਰੀ ਫੌਜ ਦੀ ਜਿੰਨਾ ਨੁਕਸਾਨ ਹੋਏਗਾ ਉਹ ਦਾਂਗੇ। ਮਤਲਬ ਪਹਾੜੇ ਤੇ ਔਰੰਗਜ਼ੇਬ ਦੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਖਿਲਾਫ ਖੜਾ ਕੀਤਾ ਗਿਆ, ਪਹਾੜੇ ਤੇ ਖੜਾ ਕੀਤਾ ਗਿਆ। ਇਹ ਯਾਦ ਰੱਖਿਆ ਜੇ। ਤੇ ਇੱਕ ਪਾਸੇ ਤਾਂ ਹਿੰਦੂ ਬ੍ਰਾਹਮਣ ਰਾਜੇ ਸੀ, ਸੁੱਚਾਨੰਦ ਵਰਗੇ ਲੋਕ ਸੀ, ਇਸ ਲਈ ਪ੍ਰਧਾਨ ਮੰਤਰੀ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਤੇ ਸ਼ਹੀਦੀ ਪੰਦਰਵਾੜੇ ਤੇ ਇਹ ਸ਼ਹੀਦੀ ਸਾਕੇ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਬਦਲ ਕੇ ਸਧਾਰਨ ਬੱਚਿਆਂ ਵੱਲੋਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀਰ ਬਾਲ ਦਿਵਸ ਪੁਰਸਕਾਰ ਦੇਣੇ, ਮਤਲਬ ਸਾਹਿਬਜ਼ਾਦਿਆਂ ਦੇ ਤਾਲੁਕ ਦੇ ਬਰਾਬਰ ਖੜਾ ਕਰ ਦੇਣਾ ਅਸਵੀਕਾਰ ਕੀਤਾ ਜਾਂਦਾ ਹੈ। ਕੋਈ ਬਰਾਬਰਤਾ ਨਹੀਂ ਹੈ, ਕੋਈ ਕਿਸੇ ਲੈਵਲ ਤੇ ਵੀ ਇਸ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਦੂਸਰਾ ਜ਼ਹਿਰ ਦੇਖੋ ਕੀ ਉਗਲਿਆ ਗਿਆ। ਮੈਂ ਜ਼ਹਿਰ ਕਹਿ ਰਿਹਾ ਇਸ ਚੀਜ਼ ਨੂੰ, ਚਾਹੇ ਮੇਰਾ ਚੈਨਲ ਅੱਜ ਫਿਰ ਬੰਦ ਹੋ ਜਾਏ। ਸਿੱਖਾਂ ਨੇ ਤਾਂ ਪਤਾ ਨਹੀਂ ਕਦੇ ਸਟੈਂਡ ਲੈਣਾ ਨਹੀਂ ਲੈਣਾ, ਪਰ ਜਾਗਰੂਕ ਲੋਕਾਂ ਨੂੰ ਸਟੈਂਡ ਲੈ ਲੈਣਾ ਚਾਹੀਦਾ। ਦੂਜਾ ਜ਼ਹਿਰ ਕੀ ਉਗਲ ਕੇ ਸਥਾਪਿਤ ਕਰ ਦਿੱਤਾ ਗਿਆ, ਉਹ ਕਹਿੰਦੇ ਨੇ ਕਿ ਜ਼ਾਲਮ ਹਕੂਮਤ ਅਤੇ ਅੱਤਵਾਦ ਤੇ ਧਾਰਮਿਕ ਕੱਟੜਤਾ ਦੇ ਖਿਲਾਫ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਤੇ ਇਹਨਾਂ ਤਿੰਨਾਂ ਚੀਜ਼ਾਂ ਦਾ ਵਜੂਦ ਹਿਲਾ ਦਿੱਤਾ। ਕਿਆ ਬਾਤ ਹੈ। ਹੁਣ ਉੱਥੇ ਜ਼ਾਲਮ ਕੌਣ ਹੈ? 22 ਤਾਰ ਦੇ ਹਿੰਦੂ ਰਾਜੇ, ਨਾ ਕਿ ਔਰੰਗਜ਼ੇਬ। ਉੱਥੇ ਅੱਤਵਾਦੀ ਕੌਣ ਹੈ? 22 ਤਾਰ ਦੇ ਹਿੰਦੂ ਰਾਜੇ, ਬ੍ਰਾਹਮਣ ਰਾਜੇ, ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਅਤੇ ਬਿਲਕੁਲ ਇੱਕ ਇਨਸਾਨੀਅਤ ਪੱਖੋਂ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਵਾਲੇ ਤੇ ਇੱਕ ਅਕਾਲ ਪੁਰਖ ਦੀ ਇੱਕ ਮਨੁੱਖਤਾ ਨੂੰ, ਇੱਕ ਇਨਸਾਨੀਅਤ ਨੂੰ ਇੱਕ ਬਣਾ ਦੇਣ ਵਾਲੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਕੱਟੜਵਾਦੀ ਹਿੰਦੂਤਵੀ ਬ੍ਰਾਹਮਣੀਕਲ ਹਮਲਾ ਕੀਤਾ, ਮਨੂਵਾਦ ਦੇ ਸਿਧਾਂਤ ਦੇ ਤਹਿਤ, ਅਤੇ ਅੱਤਵਾਦੀ ਹਮਲਾ ਕੀਤਾ। ਉੱਥੇ ਟੈਰੋਰਿਜ਼ਮ, ਟੈਰਰ, ਅੱਤਵਾਦੀ ਤਾਂ ਬ੍ਰਾਹਮਣ 22 ਤਾਰ ਦੇ ਹਿੰਦੂ ਰਾਜੇ ਨੇ। ਤੇ ਕਿਉਂ ਨਹੀਂ ਇਸ ਇਤਿਹਾਸ ਨੂੰ ਇਸ ਲਹਿਜੇ ਵਿੱਚ ਸਿੱਖ ਸੰਗਤਾਂ ਨੂੰ ਸੁਣਾਇਆ ਜਾਂਦਾ? ਕਿਉਂ ਨਹੀਂ ਸਾਡੇ ਪ੍ਰਚਾਰਕ, ਕਥਾਵਾਚਕ, SGPC ਇਸ ਲਹਿਜੇ ਵਿੱਚ ਇਤਿਹਾਸ ਛਾਪਦੀ? ਕਿਉਂ ਸਾਡੇ ਗੁਰਦੁਆਰਿਆਂ ਵਿੱਚ, ਫਤਿਹਗੜ੍ਹ ਸਾਹਿਬ ਵਿੱਚ ਵੀ ਕੱਲ ਅਰਦਾਸ ਕੀਤੀ ਗਈ, ਅੱਜ ਫਿਰ ਕੀਤੀ ਗਈ ਅਰਦਾਸ ਦੇਸ਼ ਕੌਮ ਦੀ ਰੱਖਿਆ ਲਈ। ਆ ਕਾਹਦਾ ਦੇਸ਼ ਜੀ? ਉਸ ਵੇਲੇ ਭਾਰਤ ਹੈ ਹੀ ਨਹੀਂ ਸੀ ਪ੍ਰਧਾਨ ਮੰਤਰੀ ਜੀ, ਭਾਰਤ ਦਾ ਕੋਈ ਵਜੂਦ ਹੀ ਨਹੀਂ ਸੀ ਹੈਗਾ ਉਸ ਵੇਲੇ। ਭਾਰਤ ਕਿਸੇ ਦੇ ਵੀ ਸੰਕਲਪ ਵਿੱਚ ਨਹੀਂ ਸੀ ਹੈਗਾ ਉਸ ਵੇਲੇ। ਸਾਰੇ ਰਜਵਾੜੇ ਸੀ ਔਰ ਆਪੋ ਆਪਣੇ ਰਾਜਾਂ ਲਈ ਰਜਵਾੜੇ ਸੀ, ਆਪੋ ਆਪਣੀ ਮੈਂਟੈਲਿਟੀ ਲਈ, ਆਪੋ ਆਪਣੀ ਕੱਟੜਵਾਦਤਾ ਲਈ ਤੇ ਆਪਣੇ ਆਪ ਨੂੰ ਹੀ ਰੱਬ ਘੋਸ਼ਿਤ ਕਰਨ ਵਾਲੇ ਰਜਵਾੜੇ ਸੀ। ਕੋਈ ਭਾਰਤ ਦਾ ਵਜੂਦ ਨਹੀਂ ਸੀ ਤੇ ਕੋਈ ਭਾਰਤ ਲਈ ਨਾ ਇਸ ਦੇਸ਼ ਲਈ, ਭਾਰਤ ਦੇਸ਼ ਲਈ ਕਿਤੇ ਵੀ ਗੁਰੂ ਸਾਹਿਬਾਨ ਨੇ ਕੋਈ ਸ਼ਹਾਦਤ ਨਹੀਂ ਦਿੱਤੀ। ਬਿਲਕੁਲ ਇਹ ਨਾ ਕਿਹਾ ਕਰੋ। ਗੁਰੂ ਮਹਾਰਾਜ ਜੀ ਨੇ ਸ਼ਹਾਦਤ ਅਕਾਲ ਪੁਰਖ ਦੇ ਦੇਸ਼ ਲਈ ਦਿੱਤੀ, ਕਿਉਂਕਿ ਅਕਾਲ ਪੁਰਖ ਦਾ ਬ੍ਰਹਿਮੰਡ ਸੰਪੂਰਨ ਇੱਕ ਦੇਸ਼ ਹੈ ਤੇ ਉਹ ਇੱਕ ਸੁਰਤਾ ਵਿੱਚ ਹੀ ਹੋਣਾ ਚਾਹੀਦਾ ਹੈ। ਉਹ ਏਕੋ ਹੈ, ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਇੱਕ ਓੰਕਾਰ ਦੇ ਸਰੂਪ ਵਿੱਚ ਹੈ ਤੇ ਉਹ ਬ੍ਰਹਿਮੰਡੀ
ਪਸਾਰਾ ਹੈ, ਜਿਹੜਾ ਬ੍ਰਹਮੰਡੀ ਪਸਾਰਾ ਹੈ, ਇਹੀ ਅਕਾਲ ਦੇ ਸੁੱਤ ਦਾ ਦੇਸ਼ ਹੈ। ਅਕਾਲ ਦੀ ਅੰਸ਼ ਤੇ ਬੰਸ ਦਾ ਦੇਸ਼ ਹੈ ਤੇ ਅਕਾਲ ਦਾ ਸੁੱਤ, ਅਕਾਲ ਦੀ ਅੰਸ਼ ਤੇ ਬੰਸ ਗੁਰੂ ਨਾਨਕ ਨੇ ਬਤੌਰ ਸਿੱਖ ਪੈਦਾ ਕੀਤੇ, ਸਿੱਖ ਧਰਮ ਨੂੰ ਸਥਾਪਿਤ ਕੀਤਾ ਤੇ ਮਨੁੱਖਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਸਿਰਫ ਇੱਕ ਮਨਮੁਖ, ਇੱਕ ਗੁਰਮੁਖ। ਮਨਮੁਖ ਹੋ 22 ਤਾਰ ਦੇ ਬ੍ਰਾਹਮਣ ਕੱਟੜਵਾਦੀ ਅੱਤਵਾਦੀ ਹਿੰਦੂ ਰਾਜਿਆਂ ਵਾਂਗ ਵਰਗੇ ਜਿਹੜੇ ਆਪਣੀ ਮਨ ਆਈ ਕਰਦੇ ਨੇ, ਤੇ ਗੁਰਮੁਖ ਹੋ ਜਿਹੜੇ ਅਕਾਲ ਪੁਰਖ ਦੇ ਬ੍ਰਹਮੰਡੀ ਅਕਾਲ ਹੁਕਮ ਦੀ ਰਜਾ ਵਿੱਚ, ਮਤਲਬ ਉਹਦੀ ਇੱਛਾ ਵਿੱਚ ਜੀਵਨ ਬਤੀਤ ਕਰਦੇ ਨੇ ਤੇ ਉਹਦੀ ਇੱਛਾ ਅਨੁਰੂਪ ਹੀ ਆਪਣੀ ਸਿਵਿਲਾਈਜੇਸ਼ਨ ਪ੍ਰਗਟ ਕਰਦੇ ਨੇ। ਤੇ ਇਹ ਲੜਾਈ ਤਾਂ ਅਕਾਲ ਪੁਰਖ ਦੀ ਬ੍ਰਹਮੰਡੀ ਹੁਕਮ ਦੀ ਇੱਛਾ ਅਨੁਰੂਪ ਸਿਵਿਲਾਈਜੇਸ਼ਨ ਪ੍ਰਗਟ ਕਰਨ ਵਾਲੇ ਖਾਲਸਾ ਪੰਥ ਸਿੱਖ ਕੌਮ ਵਰਸੇਜ ਮਨੂਵਾਦੀ ਕੱਟੜਵਾਦੀ ਅੱਤਵਾਦੀ ਜ਼ਾਲਮ ਉਸ ਵੇਲੇ ਦੇ 22 ਤਾਰ ਦੇ ਰਾਜਿਆਂ ਦੇ ਖਿਲਾਫ ਸੀ, ਜਿਨ੍ਹਾਂ ਦਾ ਸਾਥ ਔਰੰਗਜ਼ੇਬ ਦੀ ਫੌਜ ਨੇ ਵੀ ਦਿੱਤਾ। ਬੜੀ ਸਪਸ਼ਟ ਤੇ ਸਿੱਧੀ ਗੱਲ ਹੈ। ਜਦੋਂ ਵੀ ਗੁਰੂ ਸਾਹਿਬਾਨਾਂ ਤੇ ਜ਼ੁਲਮ ਕੀਤੇ ਗਏ, ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ, ਬ੍ਰਾਹਮਣ ਚੰਦੂ ਸਾਰੇ ਦੇਖ ਲਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਉਸ ਪਿੱਛੇ ਵੀ ਬ੍ਰਾਹਮਣ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਹਾਦਤ, ਉਸ ਪਿੱਛੇ ਵੀ ਬ੍ਰਾਹਮਣ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਸ ਪਿੱਛੇ ਵੀ ਬ੍ਰਾਹਮਣ, ਵਤਨ ਤੋਂ ਗੈਰ ਵਤਨੀ ਕਰਾਉਣੀ, ਉਸ ਵਿੱਚ ਵੀ ਬ੍ਰਾਹਮਣ। ਤੇ ਹਰ ਪਾਸੇ ਤਾਂ ਸਾਡੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਸਿੰਘਾਂ ਦੀਆਂ ਸ਼ਹੀਦੀਆਂ ਤੱਕ ਹਰ ਪਾਸੇ ਤੁਹਾਨੂੰ ਹਕੂਮਤ ਜਿਹਦੀ ਮਰਜ਼ੀ ਹੋਏ, ਹੱਥ ਪਿੱਛੇ ਬ੍ਰਾਹਮਣ ਦਾ ਹੀ ਨਜ਼ਰ ਆਉਂਦਾ ਹੈ। ਤੇ ਹਕੂਮਤ ਲਾਜ਼ਮੀ ਤੌਰ ਤੇ ਮੁਸਲਮਾਨਾਂ ਦੀ ਸੀ, ਪਰ ਉਸ ਵਿੱਚ ਬ੍ਰਾਹਮਣ ਹਿੱਸੇਦਾਰ ਸੀ, ਪਰ ਇਹ ਸਾਰਾ ਕੁਝ ਕਰਾਉਣ ਵਾਲਾ ਬ੍ਰਾਹਮਣ ਸੀ। ਤੇ ਫਿਰ ਕੱਟੜਪੰਥੀ ਤਾਕਤਾਂ, ਜੇ ਇਸਲਾਮ ਹੋਇਆ ਤੇ ਫਿਰ ਕੱਟੜਪੰਥੀ ਤਾਕਤਾਂ ਬ੍ਰਾਹਮਣ ਵੀ ਨਾਲ ਹੋਇਆ। ਸਿੱਖਾਂ ਵਾਸਤੇ ਮੈਂ ਕਹਿ ਰਿਹਾ, ਬਾਕੀ ਜੋ ਇਤਿਹਾਸ ਜਿਵੇਂ ਮਰਜ਼ੀ ਤੁਸੀਂ ਲਿਖੀ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਜੇ ਅੱਤਵਾਦੀ ਤੁਸੀਂ ਉੱਥੇ ਇਸਲਾਮਿਕ ਤਾਕਤਾਂ ਨੂੰ ਕਹਿੰਦੇ ਹੋ, ਤੇ ਸਿੱਖਾਂ ਪ੍ਰਤੀ ਅੱਤਵਾਦੀ ਬ੍ਰਾਹਮਣ ਮਨੂਵਾਦੀ ਤਾਕਤਾਂ ਵੀ ਹੋਈਆਂ। ਸਿੱਖਾਂ ਪ੍ਰਤੀ ਅੱਤਵਾਦੀ ਵਰਤਮਾਨ ਤੱਕ ਇਹੀ ਬ੍ਰਾਹਮਣ ਅੱਤਵਾਦੀ ਤਾਕਤਾਂ ਚੱਲ ਰਹੀਆਂ ਨੇ। ਜਿਹੜਾ ਤੀਜਾ ਘੱਲੂਘਾਰਾ ਜੂਨ 84 ਹੋਇਆ, ਉਹਦੇ ਵਿੱਚ ਵੀ ਇਹ ਗੱਲ ਸਪਸ਼ਟ ਹੈ। ਜਿਹੜੇ ਗੁਰਦੁਆਰੇ ਢਾਏ ਗਏ, ਉਹਦੇ ਵਿੱਚ ਵੀ ਇਹ ਗੱਲ ਸਪਸ਼ਟ ਹੈ। ਹੁਣ ਜਿਹੜਾ ਸਾਡਾ ਇਤਿਹਾਸ ਢਾਇਆ ਜਾ ਰਿਹਾ ਹੈ, ਮਲਿਆ ਮੇਟ ਕੀਤਾ ਜਾ ਰਿਹਾ ਹੈ, ਉਹਦਾ ਬ੍ਰਾਹਮਣੀਕਰਨ ਕਰਕੇ ਹਿੰਦੂਤਵੀਕਰਨ ਕੀਤਾ ਜਾ ਰਿਹਾ ਹੈ। ਇਸ ਪਿੱਛੇ ਵੀ ਤਾਂ ਤੁਹਾਡੇ ਬੀਜੇਪੀ RSS ਵਾਲੇ ਬ੍ਰਾਹਮਣ ਹੀ ਨੇ। ਇਸ ਚੀਜ਼ ਨੂੰ ਸਮਝੋ। ਇਸ ਲਈ ਖਾਲਸਾ ਪੰਥ ਅਤੇ ਖਾਲਸਾ ਪੰਥ ਦਾ ਹਰ ਇੱਕ ਜੀ ਵੀਰ ਬਾਲ ਦਿਵਸ ਦਾ ਵਿਰੋਧ ਕਰਦਾ ਹੈ। ਤੇ ਸਿੱਖੋ ਇੰਨੀ ਕੁ ਜ਼ਰੂਰਤ ਕਰ ਲਓ, ਆਪਣੇ ਬੱਚਿਆਂ ਲਈ ਵੀ ਕਰ ਲਓ ਕਿ ਵੀਰ ਬਾਲ ਦਿਵਸ ਦੇ ਨਾਂ ਤੇ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਸ਼ਿਰਕਤ ਕਰਨੀਆਂ ਬੰਦ ਕਰ ਦਿਓ, ਉੱਥੋਂ ਇਨਾਮ ਲੈਣੇ ਬੰਦ ਕਰ ਦਿਓ, ਉੱਥੇ ਵਾਹਵਾਹੀ ਖੱਟਣੀ ਬੰਦ ਕਰ ਦਿਓ, ਗ੍ਰੰਥੀਓ ਰਾਗੀਓ ਢਾਡੀਓ ਜਾਣਾ ਬੰਦ ਕਰ ਦਿਓ। ਤੁਹਾਨੂੰ ਜਜ਼ਬ ਕਰ ਗਿਆ ਜੇ ਬ੍ਰਾਹਮਣਵਾਦ, ਔਰ ਇਸ ਢੰਗ ਨਾਲ ਜਜ਼ਬ ਕਰ ਗਿਆ ਜੇ ਕਿ ਤੁਹਾਨੂੰ ਅੰਦਰ ਖਾਤੇ ਹੀ ਬੈਠ ਕੇ ਘੁਣ ਵਾਂਗ ਖਾ ਗਿਆ। ਤੇ ਇਸ ਨੂੰ ਜੇ ਨਹੀਂ ਸਮਝੋਗੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਡਰੀ ਵਿਲੱਖਣ ਸੁਤੰਤਰ ਹੋਂਦ, ਭਾਸ਼ਾ, ਸਿਵਿਲਾਈਜੇਸ਼ਨ, ਸਭਿਅਤਾ, ਸੋਵਰਨਿਟੀ ਨੂੰ ਨਹੀਂ ਬਚਾ ਸਕੋਗੇ। ਆ ਹੁਣ ਸਿੱਖਾਂ ਸਾਹਮਣੇ ਬੜਾ ਸਪਸ਼ਟ ਸਿੱਧਾ ਸਵਾਲ ਪੈਦਾ ਹੋ ਗਿਆ। ਸਾਹਿਬਜ਼ਾਦਿਆਂ ਵਾਂਗ ਹੀ ਜਾਂ ਤਾਂ ਚੁੱਪ ਚਪੀਤੇ ਹਿੰਦੂਤਵੀਕਰਨ ਕਰਾ ਲਓ, ਜਾਂ ਫਿਰ ਸਾਕੇ ਵਰਤਾ ਦਿਓ, ਸ਼ਹੀਦੀ ਲੈ ਲਓ। ਛੋਟੇ ਸਾਹਿਬਜ਼ਾਦਿਆਂ ਅੱਗੇ ਵੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੱਗੇ ਵੀ ਇਹੀ ਸਵਾਲ ਸੀ ਕਿ ਜਾਂ ਤਾਂ 22 ਤਾਰ ਦੇ ਬ੍ਰਾਹਮਣ ਹਿੰਦੂ ਰਾਜਿਆਂ ਦੀ ਗੱਲ ਮੰਨ ਲਓ, ਤੇ ਜਾਂ ਫਿਰ ਖਤਮ ਹੋ ਜਾਓ, ਵਤਨ ਵੀ ਛੱਡ ਦਿਓ। ਤੇ ਉਹਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਵਰਤਿਆ, ਦੂਜਿਆਂ ਨੂੰ
ਅਤੇ ਨਿਸ਼ਾਨੇ ਫੁੰਡੇ ਆਪਣੇ। ਅੱਜ ਵੀ ਆਰਐਸਐਸ ਭਾਜਪਾ ਐਸੇ ਢੰਗ ਨਾਲ ਹੀ ਪੇਸ਼ ਆ ਰਹੀ ਹੈ, ਵਰਤ ਰਹੀ ਹੈ ਸਿੱਖਾਂ ਨੂੰ ਹੀ ਤੇ ਨਿਸ਼ਾਨੇ ਫੁੰਡ ਰਹੀ ਹੈ ਆਪਣੇ। ਕਿ ਸਿੱਖ ਸਮਝ ਨਹੀਂ ਸਕਦੇ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, SGPC, ਸ੍ਰੀ ਅਕਾਲ ਤਖਤ ਸਾਹਿਬ, ਪੰਜੋਂ ਤਖਤਾਂ ਦੇ ਜਥੇਦਾਰ ਔਰ ਸਮੁੱਚਾ ਖਾਲਸਾ ਪੰਥ ਕਿ ਇਤਨਾ ਜ਼ਿਆਦਾ ਬੁੱਧੀਹੀਨ ਹੋ ਗਿਆ ਕਿ ਉਹ ਇਹਨਾਂ ਮੁੱਦਿਆਂ ਤੇ ਵੀ ਆਪਣੀ ਏਕਤਾ ਪ੍ਰਗਟ ਨਹੀਂ ਕਰ ਸਕਦਾ। ਇਹ ਤਾਂ ਧਰਮ ਦੇ ਮੁੱਦੇ ਨੇ, ਇਹ ਤਾਂ ਪਹਿਚਾਨ ਦੇ ਮੁੱਦੇ ਨੇ, ਇਹ ਤਾਂ ਹੋਂਦ ਦੇ ਮੁੱਦੇ ਨੇ। ਜੇ ਆ ਸਾਡੀ ਹੋਂਦ ਹੀ, ਸਾਡੀ ਧਾਰਮਿਕ ਹੋਂਦ, ਸਾਡੀ ਇਤਿਹਾਸਕ ਹੋਂਦ, ਸਾਡੀ ਵਿਚਾਰਧਾਰਕ ਹੋਂਦ, ਸਾਡੀ ਚੇਤਨਾ ਦੀ ਹੋਂਦ ਸਾਰੀ ਹੀ ਜੇ ਖਤਮ ਕਰ ਦਿੱਤੀ ਗਈ ਤੇ ਫਿਰ ਅਸੀਂ ਦਿੱਖ ਲੈ ਕੇ ਕੇਸਾਧਾਰੀ ਬ੍ਰਾਹਮਣ ਹਿੰਦੂ ਬਣ ਕੇ ਜੀਵਨਾ ਕਿ ਕੀ ਕਰਾਂਗੇ? ਇਸੇ ਪਖੰਡਵਾਦ ਵਿੱਚੋਂ ਤੇ ਗੁਰੂ ਨਾਨਕ ਨੇ ਕੱਢਿਆ ਸੀ। ਸਿੱਖੋ, ਤੁਹਾਨੂੰ ਸਟੈਂਡ ਲੈਣਾ ਪੈਣਾ। ਜੇ ਅੱਜ ਨਹੀਂ ਲਓਗੇ ਤੇ ਕੱਲ ਦਾ ਕੁਝ ਨਹੀਂ ਜੇ ਪਤਾ, ਬਹੁਤ ਲੇਟ ਹੋ ਜਾਓਗੇ। ਇਹ ਵੀਡੀਓ ਇਹਨਾਂ ਔਰ ਅਜਿਹੇ ਕੁਕਰਮਾਂ ਨੂੰ ਹੀ ਮੈਂ ਸਮਰਪਿਤ ਕਰਕੇ ਸਿੱਖ ਹੋਂਦ ਨੂੰ ਹਲੂਣਾ ਦਿੰਦਾ ਤੇ ਸਵਾਲ ਚੁੱਕਦਾ ਸਿੱਖ ਹੋਂਦ ਤੇ ਕਿ ਕੀ ਤੁਸੀਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਆਪਣੇ ਵਿਸ਼ਵਾਸ, ਆਪਣੇ ਇਤਿਹਾਸ, ਆਪਣੇ ਸੰਕਲਪ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਹੁਕਮ ਦੀ ਰਜਾ ਵਾਲੀ ਸਿਵਲਾਈਜੇਸ਼ਨ ਨੂੰ ਬਚਾਉਣ ਵਾਸਤੇ ਇਕੱਤਰ ਹੋ ਕੇ ਕੁਝ ਕਰੋਗੇ ਕਿ ਧੜੇਬੰਦੀਆਂ ਵਿੱਚ ਸਿਆਸਤ ਕਰਕੇ, ਕੁਰਸੀ ਕਰਕੇ, ਚੌਧਰਾਂ ਲੈਣ, ਮੈਂਬਰੀਆਂ ਲੈਣ ਤੇ ਗੁਰੂ ਕੀ ਗੋਲਕ ਲੁੱਟਣ ਵਾਸਤੇ ਸਿੰਘ ਸਵਈਏ ਵੀ ਤੇ ਹੋਰ SGPC ਦੇ ਮੈਂਬਰ ਵੀ ਸਾਰੇ ਹੀ ਇੱਕੋ ਥਾਲੀ ਦੇ ਚੱਟੇ ਵੱਟੇ ਬਣ ਕੇ ਸਿੱਖ ਕੌਮ ਦੇ ਬੀਜ ਨਾਸ਼ ਕਰਨ ਵਾਲਿਆਂ ਦਾ ਸਾਥ ਦਓਗੇ। ਇਹ ਠੀਕ ਉਵੇਂ ਦੀ ਹੀ ਪੋਜੀਸ਼ਨ ਜੇ 22 ਤਾਰ ਦੇ ਬ੍ਰਾਹਮਣ ਰਾਜਿਆਂ ਨੇ ਉਸ ਵੇਲੇ ਦੇ ਸਰਕਾਰ ਦੇ ਹਕੂਮਤ ਨੂੰ ਖਰੀਦਿਆ ਸੀ ਤੇ ਉਸ ਰਾਹੀਂ ਸਾਰਾ ਕੁਝ ਕਰਾਇਆ ਸੀ ਤੇ ਅੱਜ ਦੇ ਵੀ ਉਹੀ ਬ੍ਰਾਹਮਣਾਂ ਨੇ ਫਿਰ ਸਰਕਾਰ ਰਾਹੀਂ ਹੀ ਸਾਰਾ ਕੁਝ ਕਰਾਉਣਾ ਆਰੰਭ ਕੀਤਾ ਤੇ ਸਰਕਾਰ ਨੇ ਸਰਕਾਰੀ ਅਹੁਦੇ ਸਿੱਖਾਂ ਨੂੰ ਹੀ ਦੇ ਦਿੱਤੇ ਨੇ ਕਿ ਸਿੱਖੋ ਆਪਣਾ ਬੀਜ ਆਪ ਹੀ ਨਾਸ਼ ਕਰ ਲਓ। ਇਸ ਕੁਟਿਲ ਨੀਤੀ ਨੂੰ, ਚਾਣਕਿਆਈ ਨੀਤੀ ਨੂੰ, ਮਨੂਵਾਦੀ ਨੀਤੀ ਨੂੰ, ਬ੍ਰਾਹਮਣੀ ਨੀਤੀ ਨੂੰ, ਵਿਪਰਵਾਦੀ ਨੀਤੀ ਨੂੰ, ਸਾਖਤੀ ਨੀਤੀ ਨੂੰ ਜੇ ਸਿੱਖ ਨਹੀਂ ਸਮਝੇ ਤਾਂ ਫਿਰ ਮੰਨ ਲਓ ਕਿ ਤੁਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਿੱਖ ਨਹੀਂ ਰਹੇ। ਵੀਡੀਓ ਠੀਕ ਲੱਗੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ। ਸਾਡਾ ਸਹਿਯੋਗ ਕਰਨਾ ਨਾ ਭੁੱਲਿਆ ਜੇ, ਚੈਨਲ ਤੁਹਾਡੇ ਹੀ ਸਹਿਯੋਗ ਨਾਲ ਚੱਲਦਾ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।